ਤੇ ਹੁਣ ਜਦੋਂ ਗੱਲ ਚਰਨਾਂ ਦੀ ਆਵੇਗੀ, ਫਿਰ ਹੱਡ ਮਾਸ ਦੀ ਵੀ ਆਵੇਗੀ ਵੀ ਚਰਨ ਤੇ ਹੱਡ ਮਾਸ ਦੀ ਹੋ ਸਕਦੇ ਆ, ਪੈਰ ਜਿਹੜੇ ਹੈ ਉਹ ਹੱਡ ਮਾਸ ਦੀ ਹੋ ਸਕਦੇ ਆ। ਤੇ ਫਿਰ ਹਿਰਦੇ ਦੇ ਵਿੱਚ ਜੇ ਵਸਾਉਣਾ ਹੈ, ਫਿਰ ਕਿਸੇ ਡਾਕਟਰ ਦੀ ਲੋੜ ਪਵੇਗੀ ਵੀ ਪ੍ਰਸ਼ਨ ਕਰਕੇ ਫੇਰ ਹੀ ਉਹਦੇ ਚਰਨ ਵਿੱਚ ਪਾਵੇਗਾ ਨਾ। ਸਮਝਣਾ ਪਵੇਗਾ ਸਾਨੂੰ ਗੁਰਬਾਣੀ ਦੇ ਸਿਧਾਂਤ ਨੂੰ। ਜਦੋਂ ਚਰਨਾਂ ਦੀ ਗੱਲ ਆਉਂਦੀ ਹੈ, ਫਿਰ ਸਾਡਾ ਕਿਸੇ ਬਾਬੇ ਦੇ ਚਰਨਾਂ ਵੱਲ ਧਿਆਨ ਜਾਂਦਾ ਹੈ ਵੀ ਵੇਖੋ ਜੀ ਹੁਣ ਗੁਰੂ ਗ੍ਰੰਥ ਸਾਹਿਬ ਦੇ ਤੇ ਚਰਨ ਹੈ ਨਹੀਂ, ਫਿਰ ਕਿਸੇ ਬਾਬੇ ਦੇ ਚਰਨਾਂ ਦਾ ਹੀ ਧਿਆਨ ਧਰਾਂਗੇ ਨਾ। ਕਿਉਂਕਿ ਪਹਿਲਾਂ ਗੁਰਸਿੱਖ 10 ਪਾਤਸ਼ਾਹੀਆਂ ਦੇ ਚਰਨਾਂ ਦਾ ਧਿਆਨ ਧਰਦੇ ਹੋਣਗੇ, ਹੁਣ ਗੁਰੂ ਗ੍ਰੰਥ ਸਾਹਿਬ ਦੇ ਤੇ ਚਰਨ ਹੀ ਹੈ ਨਹੀਂ ਗੇ। ਯਾਦ ਰੱਖਿਓ, ਧੰਨ ਗੁਰੂ ਗ੍ਰੰਥ ਸਾਹਿਬ 1430 ਅੰਗ, ਕਿਤੇ ਵੀ ਗੁਰੂ ਸਾਹਿਬਾਂ ਨੇ ਉਹਨਾਂ ਹੱਡ ਮਾਸ ਦੇ ਚਰਨਾਂ ਦੀ ਗੱਲ ਨਹੀਂ ਕੀਤੀ। ਚਾਹੇ ਗੁਰੂ ਨਾਨਕ ਸਾਹਿਬ ਦੀ ਬਾਣੀ ਹੋਵੇ, ਚਾਹੇ ਗੁਰੂ ਅੰਗਦ ਸਾਹਿਬ ਦੀ ਬਾਣੀ ਹੋਵੇ, ਉਹਨਾਂ ਕਿਹਾ ਹੋਵੇ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਰਨਾ ਜਾਂ ਸਾਡੇ ਚਰਨਾਂ ਦਾ ਧਿਆਨ ਧਰਨਾ ਹੀ, ਕਿਤੇ ਵੀ ਗੁਰਬਾਣੀ ਦੇ ਵਿੱਚ ਇਹ ਸਾਨੂੰ ਸਿਧਾਂਤ ਨਹੀਂ ਮਿਲੇਗਾ। ਗੁਰੂ ਗ੍ਰੰਥ ਸਾਹਿਬ ਇੱਕ ਨਿਵੇਕਲੇ ਦੁਨੀਆ ਦੇ ਉਹ ਗ੍ਰੰਥ ਹੈ ਜਿਨ੍ਹਾਂ ਦੇ ਵਿੱਚ ਕਰਮ ਕਾਂਡਾਂ ਨੂੰ ਬਿਲਕੁਲ ਜਗ੍ਹਾ ਨਹੀਂ ਦਿੱਤੀ ਗਈ। ਗੁਰੂ ਗ੍ਰੰਥ ਸਾਹਿਬ ਇੱਕ ਦੁਨੀਆ ਦਾ ਉਹ ਖਜ਼ਾਨਾ ਹੈ ਜਿਹਦੇ ਵਿੱਚ ਪਰਮੇਸ਼ਰ ਤੋਂ ਬਿਨਾਂ ਕਿਸੇ ਬੰਦੇ ਦੀ ਕੋਈ ਸਿਫਤ ਨਹੀਂ ਕੀਤੀ ਗਈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਪੂਰਾ ਨਿਆਂ ਕੀਤਾ ਹੈ। ਅਸਲ ਵਿੱਚ ਹਰ ਹਰ ਚਰਨ ਹਿਰਦੈ ਔਰ ਧਾਰੇ, ਜਦੋਂ ਇਹ ਸ਼ਬਦ ਪੜ੍ਹਿਆ ਕਿ ਹਰੀ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਨੂੰ ਹਿਰਦੇ ਦੇ ਵਿੱਚ ਧਾਰਨ ਕਰਨਾ ਹੈ, ਤੇ ਜਦੋਂ ਅਗਲੀ ਪੰਕਤੀ ਪੜਾਂਗੇ ਇਹਦਾ ਅਰਥ ਬੜਾ ਕਲੀਅਰ ਹੋ ਜਾਣਾ ਹੈ। ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਜਿਹੜੀ ਚੀਜ਼ ਨੂੰ ਜਿਹਨੂੰ ਆਪਾਂ ਦਿਲ ਦੇ ਵਿੱਚ ਧਾਰਨ ਕਰ ਲੈਂਦੇ ਹਾਂ ਜਾਂ ਆਪਾਂ ਜਿਹਨੂੰ ਦਿਲ ਵਿੱਚ ਵਸਾ ਲੈਂਦੇ ਹਾਂ, ਉਹਨੂੰ ਆਪਾਂ ਹਰ ਵੇਲੇ ਯਾਦ ਕਰਦੇ ਹਾਂ। ਚਾਹੇ ਸਾਡਾ ਕੋਈ ਧੀ ਪੁੱਤਰ ਹੋਵੇ ਜਾਂ ਕੋਈ ਸਾਡਾ ਰਿਸ਼ਤੇਦਾਰ ਹੋਵੇ, ਸੱਜਣ ਮਿੱਤਰ ਹੋਵੇ, ਕੋਈ ਭੈਣ ਭਰਾ ਹੋਵੇ ਜਿਹਦੇ ਨਾਲ ਸਾਡਾ ਬਹੁਤ ਹੀ ਨੇੜਤਾ ਹੋਵੇ, ਆਪਾਂ ਕਹਿੰਦੇ ਤੇਰੀ ਜਗ੍ਹਾ ਮੇਰੇ ਦਿਲ ਵਿੱਚ ਹੈ, ਤੈਨੂੰ ਮੈਂ ਆਪਣੇ ਦਿਲ ਦੇ ਵਿੱਚ ਵਸਾਇਆ ਹੈ। ਤੇ ਜਿਹਨੂੰ ਬੰਦੇ ਨੇ ਦਿਲ ਵਿੱਚ ਵਸਾਇਆ ਉਹਨੂੰ ਹਰ ਵਕਤ ਯਾਦ ਵੀ ਕਰੇਗਾ, ਉਹਨੂੰ ਹਰ ਵੇਲੇ ਯਾਦ ਦੇ ਵਿੱਚ ਰੱਖੇਗਾ। ਇੱਥੇ ਗੁਰੂ ਅਰਜਨ ਸਾਹਿਬ ਕਹਿੰਦੇ ਅਸੀਂ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ, ਆਪਣੇ ਦਿਲ ਵਿੱਚ ਵਸਾਇਆ ਹੈ। ਤੇ ਸਿਮਰ ਸੁਆਮੀ ਸਤਿਗੁਰ ਆਪਣਾ, ਹਰ ਵੇਲੇ ਉਹਨੂੰ ਅਸੀਂ ਸਿਮਰਦੇ ਹਾਂ, ਆਪਣੇ ਮਾਲਕ ਨੂੰ ਹਰ ਵੇਲੇ ਯਾਦ ਵਿੱਚ ਰੱਖਦੇ ਹਾਂ। ਕਾਰਜ ਸਫਲ ਹਮਾਰੇ, ਤਾਂ ਹੀ ਸਾਡੇ ਸਾਰੇ ਕਾਰਜ ਜਿਹੜੇ ਉਹ ਸਫਲੇ ਕਰਦਾ ਹੈ। ਸਾਡੇ ਕਾਰਜਾਂ ਵਿੱਚ ਰੁਕਾਵਟ ਕਿਉਂ ਆਉਂਦੀ ਹੈ? ਅਸੀਂ ਕੋਈ ਕੰਮ ਕਰਦੇ ਹਾਂ ਉਹਦੇ ਵਿੱਚ ਰੁਕਾਵਟ ਬਣ ਜਾਂਦੀ ਹੈ, ਕੋਈ ਰੋਕ ਪੈ ਜਾਂਦੀ ਹੈ। ਉਹਦਾ ਕਾਰਨ ਹੈ ਅਸੀਂ ਦੁਨੀਆਦਾਰੀ ਨੂੰ ਆਪਣੇ ਦਿਲ ਵਿੱਚ ਵਸਾ ਕੇ ਬੈਠੇ ਹਾਂ। ਅਸੀਂ ਦੁਨੀਆ ਨੂੰ, ਲੋਕਾਂ ਨੂੰ, ਸੰਸਾਰ ਦੇ ਜੀਆਂ ਨੂੰ, ਉਹਨਾਂ ਨੂੰ ਤੇ ਜਗ੍ਹਾ ਦਿਲ ਵਿੱਚ ਦੇ ਦਿੱਤੀ ਹੈ, ਪਰ ਜਿਹਨੂੰ ਦੇਣੀ ਚਾਹੀਦੀ ਸੀ, ਜਿਹਨੇ ਸਾਰਾ ਕੁਝ ਦਿੱਤਾ ਸੀ, ਉਹਨੂੰ ਦਿਲ ਤੋਂ ਬਾਹਰ ਕੱਢ ਕੇ ਰੱਖ ਦਿੱਤਾ। ਇਤਿਹਾਸ ਦੇ ਦੋ ਪੱਖ ਮੈਂ ਆਪ ਜੀ ਦੇ ਸਾਹਮਣੇ ਰੱਖਾਂਗਾ। ਇੱਕ ਹੈ ਔਰੰਗਜ਼ੇਬ ਦਾ ਤੇ ਇੱਕ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ। ਔਰੰਗਜ਼ੇਬ ਦੀ ਉਮਰ ਹੈ 90 ਸਾਲ। ਔਰੰਗਜ਼ੇਬ ਨੇ ਰਾਜ ਭਾਗ ਕੀਤਾ ਹੈ 50 ਸਾਲ। 50 ਸਾਲ ਉਹਨੇ ਰਾਜ ਭਾਗ ਕੀਤਾ ਦੁਨੀਆ ਦੇ ਉੱਪਰ। 90 ਸਾਲ ਉਹਦੀ ਉਮਰ ਹੈ। ਗੁਰੂ ਗੋਬਿੰਦ ਸਿੰਘ ਦੀ ਉਮਰ ਹੈ 42 ਸਾਲ। ਔਰੰਗਜ਼ੇਬ ਆਪਣੇ ਪਿਓ ਨੂੰ ਮਾਰਦਾ ਹੈ ਤੇ ਪਿਓ ਨੂੰ ਮਾਰ ਕੇ ਤੇ ਰਾਜ ਭਾਗ ਦੇ ਤਖਤ ਦੇ ਉੱਪਰ ਬੈਠਦਾ ਹੈ। ਆਪਣੇ ਭਰਾਵਾਂ ਦਾ ਕਤਲ ਕਰਦਾ ਹੈ। ਸ਼ਰਮਦ ਵਰਗੇ ਫਕੀਰਾਂ ਦਾ ਕਤਲ ਕੀਤਾ ਜਾਂਦਾ ਹੈ। ਜਨੇਊ ਨੂੰ ਧਰਮ ਨੂੰ ਲਾਇਆ ਜਾਂਦਾ ਹੈ। ਸੁੰਨੀ ਤੇ ਸ਼ੀਆ ਦੇ ਵਿੱਚ ਜਿਹੜਾ ਸੀ ਫਰਕ ਪਾਇਆ ਜਾਂਦਾ ਹੈ। ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਔਰੰਗਜ਼ੇਬ ਦੇ ਕੋਲ ਨੇ। ਇੱਥੋਂ ਤੱਕ ਕਿ 1705 ਨੂੰ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪੈਂਦਾ ਹੈ, ਉੱਥੇ ਇਹੀ ਔਰੰਗਜ਼ੇਬ ਜਿਹਨੇ ਆਪਣੇ ਆਪ ਨੂੰ ਧਰਮੀ ਮੁਸਲਮਾਨ ਕਹਿੰਦਾ ਹੈ, ਇਸਲਾਮ ਦਾ ਪੂਜਕ ਮੁਸਲਮਾਨ ਕਹਿੰਦਾ, ਜਿਹੜਾ ਕਹਿੰਦਾ ਮੈਂ ਕੁਰਾਨ ਸ਼ਰੀਫ ਤੋਂ ਬਿਨਾਂ ਕਿਸੇ ਨੂੰ ਮੰਨਦਾ ਨਹੀਂ, ਇਹੀ ਔਰੰਗਜ਼ੇਬ ਝੂਠੀ ਕਸਮ ਜਿਹੜੀ ਹੈ ਉਹ ਕੁਰਾਨ ਸ਼ਰੀਫ ਦੀ ਖਾਂਦਾ ਹੈ। ਪਰ ਦੂਸਰਾ ਪੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪਾਂ ਲਈਏ, ਹੁਣ 42 ਸਾਲ ਉਮਰ ਹੈ। ਔਰੰਗਜ਼ੇਬ ਨੇ 50 ਸਾਲ ਤੇ ਰਾਜ ਕੀਤਾ, ਉਹਦੇ ਤੋਂ ਵੀ 8 ਸਾਲ ਘੱਟ। ਇੱਥੇ ਪਿਤਾ ਨੂੰ ਵਾਰਿਆ ਜਾਂਦਾ ਹੈ, ਉੱਥੇ ਮਾਰਿਆ ਜਾਂਦਾ ਹੈ। ਇੱਥੇ ਪਿਤਾ ਨੂੰ ਵਾਰਿਆ ਜਾਂਦਾ ਹੈ, ਇੱਥੇ ਧਰਮ ਤੋਂ ਕੁਰਬਾਨ ਕੀਤਾ ਜਾਂਦਾ ਹੈ। ਕਿਸੇ ਦੇ ਧਰਮ ਨੂੰ ਬਚਾਉਣ ਦੇ ਵਾਸਤੇ, ਕਿਸੇ ਦੇ ਦੀਨ ਨੂੰ, ਮਜ਼ਹਬ ਨੂੰ ਬਚਾਉਣ ਦੇ ਵਾਸਤੇ ਆਪਣੇ ਪਿਓ ਨੂੰ ਵਾਰਿਆ ਜਾਂਦਾ ਹੈ। ਉੱਥੇ ਮਾਰ ਕੇ ਰਾਜ ਭਾਗ ਲਿਆ ਜਾਂਦਾ ਹੈ। ਮਾਰਨਾ ਤੇ ਵਾਰਨਾ ਭਾਵੇਂ ਹੈ ਮੌਤ ਦੋਵਾਂ ਦੀ ਹੈ, ਪਰ ਫਰਕ ਜ਼ਮੀਨ ਤੇ ਅਸਮਾਨ ਦਾ ਹੈ।
ਇੱਕ ਮਾਰ ਰਿਹਾ ਹੈ, ਕਤਲ ਕਰ ਰਿਹਾ ਹੈ, ਇੱਕ ਵਾਰ ਰਿਹਾ ਹੈ, ਇੱਕ ਦੁਨੀਆ ਤੋਂ ਕੁਰਬਾਨ ਕਰ ਰਿਹਾ ਹੈ ਵੀ ਜੇ ਲੱਖਾਂ ਇਸਤਰੀਆਂ ਦੇ ਸੁਹਾਗ ਬਚਦੇ ਹੈ ਤੇ ਪਿਤਾ ਜੀ ਇਹ ਸੌਦਾ ਮੈਨੂੰ ਮਨਜ਼ੂਰ ਹੈ। ਇੱਕ ਸੁਹਾਗ ਉਜਾੜਨ ਵਾਸਤੇ ਪਿਓ ਨੂੰ ਮਾਰ ਰਿਹਾ ਹੈ, ਇੱਕ ਸੁਹਾਗ ਬਚਾਉਣ ਵਾਸਤੇ ਆਪਣੇ ਪਿਤਾ ਨੂੰ ਵਾਰ ਰਿਹਾ ਹੈ। ਫਰਕ ਹੈ ਦੋਨਾਂ ਦਾ। ਇੱਕ ਸ਼ਰਮਦ ਵਰਗੇ ਫਕੀਰਾਂ ਦਾ ਕਤਲ ਕਰ ਰਿਹਾ ਜਿਹੜੇ ਸੱਚ ਦੀ ਆਵਾਜ਼ ਬੁਲੰਦ ਕਰਦੇ ਹੈ। ਮੁਸਲਮਾਨ ਉਹਨਾਂ ਫਕੀਰਾਂ ਦਾ ਕਤਲ ਕਰ ਰਿਹਾ ਜਿਹੜੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਨੇ, ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਇੱਕ ਪਾਸੇ ਭੀਖਣ ਸ਼ਾਹ ਵਰਗੇ ਜਿਹੜੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਆ ਕੇ ਨਵਾਂ ਜੀਵਨ ਲੈਂਦੇ ਹੈ, ਉਹਨਾਂ ਨੂੰ ਨਵੀਂ ਜ਼ਿੰਦਗੀ ਮਿਲਦੀ ਹੈ। ਇੱਕ ਆਪਣੇ ਬੱਚਿਆਂ ਦਾ, ਆਪਣੇ ਭਰਾਵਾਂ ਦਾ ਕਤਲ ਕਰਦਾ ਹੈ, ਇੱਕ ਆਪਣੇ ਬੱਚਿਆਂ ਨੂੰ ਦੁਨੀਆ ਤੋਂ ਵਾਰਦਾ ਹੈ। ਇੱਕ ਜਿਹੜਾ ਆਪਣੇ ਆਪ ਨੂੰ ਧਰਮੀ ਕਹਿੰਦਾ ਹੈ, ਜਿਹੜਾ ਕੁਰਾਨ ਸ਼ਰੀਫ ਨੂੰ ਮੰਨਣ ਵਾਲਾ ਕਹਿੰਦਾ ਹੈ, ਉਹ ਕੁਰਾਨ ਸ਼ਰੀਫ ਦੀ ਕਸਮ ਖਾ ਕੇ ਮੁੱਕਰਦਾ ਹੈ ਤੇ ਥੋੜ੍ਹੇ ਸਮੇਂ ਦੇ ਬਾਅਦ, ਕੁਝ ਘੰਟਿਆਂ ਬਾਅਦ ਹੀ ਮੁੱਕਰ ਕੇ ਉਹ ਜਿਹੜਾ ਵਾ ਹਮਲਾ ਕਰਾਉਂਦਾ ਹੈ। ਪਰ ਦੂਸਰਾ ਜਿਹਦਾ ਕੁਰਾਨ ਸ਼ਰੀਫ ਦੇ ਨਾਲ ਕੋਈ ਵਾਸਤਾ ਨਹੀਂ, ਉਹ ਫਿਰ ਵੀ ਉਹਨਾਂ ਦੀ ਕਸਮ 'ਤੇ ਯਕੀਨ ਰੱਖਦਾ ਹੈ। ਉਹਨਾਂ ਦੀ ਧਾਰਮਿਕ ਗ੍ਰੰਥ ਦੇ ਉੱਪਰ ਫਿਰ ਵੀ ਉਹਨੇ ਯਕੀਨ ਰੱਖਿਆ ਹੈ। ਇਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ, ਜਿਹਨੇ 90 ਸਾਲ ਇੱਕ ਨੇ ਜ਼ਿੰਦਗੀ ਬਤੀਤ ਕੀਤੀ ਹੈ ਤੇ ਉਹ 90 ਸਾਲ ਬਾਅਦ ਦੁਨੀਆ ਤੋਂ ਜਾਂਦਾ ਹੈ। ਉਹਦੀ ਕਬਰ ਦੇ ਉੱਪਰ ਕੋਈ ਝਾੜੂ ਲਾਉਣ ਵਾਲਾ ਵੀ ਨਹੀਂ। ਇੱਕ ਜ਼ਿੰਦਗੀ ਦੇ 42 ਸਾਲ ਬਤੀਤ ਕਰਕੇ ਜਾਂਦਾ ਹੈ, ਪਰ ਸੱਚ ਦੀ ਆਵਾਜ਼ ਬੁਲੰਦ ਕਰਕੇ ਜਾਂਦਾ ਹੈ। ਸੱਚ ਦੇ ਪਿੱਛੇ ਆਪਣਾ ਪਰਿਵਾਰ ਵਾਰ ਕੇ ਜਾਂਦਾ ਹੈ। ਦੁਨੀਆ ਉਹਦੇ ਅਸਥਾਨ 'ਤੇ ਜਾ ਕੇ ਉੱਥੋਂ ਦੀ ਮਿੱਟੀ ਨੂੰ ਮੱਥੇ 'ਤੇ ਲਾ ਕੇ ਆਪਣੇ ਧਨ ਭਾਗ ਸਮਝਦੀ ਹੈ। ਜ਼ਿੰਦਗੀ ਚਾਹੇ 100 ਸਾਲ ਦੀ ਜੀ ਲਈਏ, ਪਰ ਯਾਦ ਰੱਖਿਓ ਜੇ ਨਰਕ ਦੀ ਜ਼ਿੰਦਗੀ ਜੀਵਾਂਗੇ, ਰਾਜ ਭਾਗ ਹੁੰਦਿਆਂ ਤੇ ਲੋਕ ਜ਼ਰੂਰ ਪੁੱਛਣਗੇ, ਸਾਡੀ ਕਲਮ ਦੇ ਵਿੱਚ ਤਾਕਤ ਹੈ, ਓਨੀ ਦੇਰ ਤੱਕ ਲੋਕ ਤੁਹਾਡਾ ਜ਼ਰੂਰ ਸਤਿਕਾਰ ਕਰਨਗੇ। ਪਰ ਯਾਦ ਰੱਖਿਓ ਜੇ ਔਰੰਗਜ਼ੇਬ ਵਾਲੀ ਜ਼ਿੰਦਗੀ ਜੀ ਕੇ ਜਾਵਾਂਗੇ, ਔਰੰਗਜ਼ੇਬ ਜਦੋਂ 7 ਮਹੀਨੇ ਘੇਰਾ ਪੈਂਦਾ, ਉਸ ਤੋਂ ਬਾਅਦ ਸਿਪਾਹੀ ਤਨਖਾਹਾਂ ਮੰਗਦੇ। ਇਤਿਹਾਸ ਵਿੱਚ ਇਹ ਗੱਲ ਦਾ ਜ਼ਿਕਰ ਆਉਂਦਾ ਹੈ ਬਿਲਕੁਲ ਕਿ ਔਰੰਗਜ਼ੇਬ ਦੇ ਸਿਪਾਹੀਆਂ ਨੇ ਤਨਖਾਹ ਮੰਗੀ, ਉਹਨੇ ਕਿਹਾ ਮੇਰਾ ਖਜ਼ਾਨਾ ਖਾਲੀ, ਮੈਂ ਤਨਖਾਹ ਨਹੀਂ ਦੇ ਸਕਦਾ। ਪਰ ਗੁਰੂ ਗੋਬਿੰਦ ਸਿੰਘ ਅਨੰਦਪੁਰ ਸਾਹਿਬ ਉੱਜੜ ਗਿਆ, ਪੁੱਤ ਸ਼ਹੀਦ ਹੁੰਦੇ ਹੈ। ਪਰ ਜਦੋਂ ਮਾਲਵੇ ਦੀ ਧਰਤੀ ਦੇ ਉੱਪਰ ਉੱਥੇ ਬਰਾੜ ਜਿਹੜੇ ਹੈ ਉਹ ਤਨਖਾਹਾਂ ਦੀ ਮੰਗ ਕਰਦੇ ਹੈ, ਗੁਰੂ ਗੋਬਿੰਦ ਸਿੰਘ ਕਹਿੰਦੇ ਆ ਲਿਆਓ ਕਿੰਨੀ ਤਨਖਾਹ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਦਾ ਖਜ਼ਾਨਾ ਫਿਰ ਵੀ ਭਰਿਆ ਹੈ। ਅਨੰਦਪੁਰ ਸਾਹਿਬ ਉੱਜੜਨ ਦੇ ਬਾਵਜੂਦ ਵੀ ਉਹਦਾ ਖਜ਼ਾਨਾ ਭਰਿਆ ਹੈ। ਉਹ ਤਨਖਾਹਾਂ ਢਾਲਾਂ ਭਰ ਕੇ ਵੰਡਦਾ ਹੈ। ਪਰ ਯਾਦ ਰੱਖਿਓ ਇੱਕ ਉਹ ਹੈ ਜਿਹੜਾ ਦੁਨੀਆ ਨੂੰ ਲੁੱਟਦਾ ਪਿਆ, ਉਹਦਾ ਖਜ਼ਾਨਾ ਫਿਰ ਵੀ ਖਾਲੀ ਹੈ। ਗੁਰੂ ਗੋਬਿੰਦ ਸਿੰਘ ਢੰਗ ਦੱਸਦੇ ਆ, ਸੱਚ ਦੇ ਰਸਤੇ 'ਤੇ ਚੱਲੇਗਾ ਖਜ਼ਾਨਾ ਕਦੇ ਖਾਲੀ ਨਹੀਂ ਹੋਵੇਗਾ, ਝੂਠ ਦੇ ਰਸਤੇ 'ਤੇ ਚੱਲੇਗਾ ਕਦੇ ਖਜ਼ਾਨਾ ਭਰੇਗਾ ਹੀ ਨਹੀਂ। ਸਤਿਗੁਰ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਹਰ ਹਰ ਚਰਨ ਹਿਰਦੈ ਔਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਸਭ ਤੋਂ ਪਹਿਲਾਂ ਚਰਨਾਂ ਨੂੰ ਸਮਝਣਾ ਪਵੇਗਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ ਵੀ ਚਰਨ ਆਏ ਹੈ ਜਾਂ ਚਰਨ ਧੂੜੀ ਆਈ ਹੈ, ਚਲੋ ਚਰਨ ਤੇ ਮੰਨ ਲਿਆ ਵੀ ਆਪਾਂ ਚਰਨ ਧੂੜੀ ਚਰਨ ਜਿਹੜੇ ਹੈ ਉਹ ਆਪਾਂ ਕਿਤੇ ਹੱਡ ਮਾਸ ਦੇ ਚਰਨਾਂ ਨੂੰ ਹੱਥ ਲਾ ਲਵਾਂਗੇ। ਜਦੋਂ ਚਰਨ ਧੂੜੀ ਦੀ ਗੱਲ ਆਉਂਦੀ ਵੀ ਚਰਨ ਧੂੜ ਤੇਰੀ ਧੋਏ ਧੋਏ ਪੀਵਾਂ, ਚਰਨ ਕਮਲ ਤੇਰੇ ਧੋਏ ਧੋਏ ਪੀਵਾਂ, ਜਾਂ ਧੂੜੀ ਕਰ ਇਸ਼ਨਾਨ। ਤੇ ਕੋਈ ਇਤਿਹਾਸ ਵਿੱਚ ਐਸੀ ਕੋਈ ਜਗ੍ਹਾ ਵਿਖਾ ਦਿਓ ਕਿ ਇਤਿਹਾਸ ਵਿੱਚ ਲਿਖਿਆ ਹੋਵੇ ਫਲਾਣੇ ਬੰਦੇ ਨੇ ਉੱਥੋਂ ਚਰਨ ਧੂੜੀ ਇਕੱਠੀ ਕੀਤੀ ਤੇ ਉਹਨੇ ਸਾਰੀ ਸਿਰ ਦੇ ਵਿੱਚ ਸਰੀਰ 'ਤੇ ਮਲ ਲਈ, ਵੀ ਉਹਨੇ ਚਰਨ ਧੂੜੀ ਵਿੱਚ ਇਸ਼ਨਾਨ ਕੀਤਾ ਹੋਵੇ, ਜਾਂ ਚਰਨ ਧੂੜੀ ਜਿਹੜੀ ਹੈ ਉਹਨੂੰ ਪਾਣੀ 'ਚ ਮਿਲਾ ਕੇ। ਇਹ ਤਾਂ ਚਲੋ ਖੈਰ ਕਈ ਇਹ ਕਰਮਕਾਂਡ ਕਰਦੇ ਵੇਖੇ ਜਾਂਦੇ ਹੈ, ਪਰ ਕੱਲੀ ਧੂੜੀ ਇਕੱਠੀ ਕਰਕੇ ਸਿਰ ਵਿੱਚ ਪਾਉਂਦਾ ਨਹੀਂ ਕਦੇ ਕੋਈ ਵੇਖਿਆ। ਜੇ ਇੱਦਾਂ ਪਾਵੇਗਾ, ਮੰਨ ਲਓ ਵੀ ਬਾਹਰ ਸੰਗਤ ਦੇ ਜੋੜੇ ਪਏ ਹੈ, ਉੱਥੋਂ ਧੂੜ ਇਕੱਠੀ ਕਰਕੇ ਸਿਰ ਦੀ ਦਸਤਾਰ ਲਾ ਕੇ ਸਿਰ 'ਚ ਮਿੱਟੀ ਪਾਵੇਗਾ ਤੇ ਉਹਨੂੰ ਕੀ ਕਹਾਂਗੇ ਆਪਾਂ? ਦਿਮਾਗ ਹਿੱਲ ਗਿਆ ਹੀ ਕਹਾਂਗੇ ਨਾ ਵੀ ਪਾਗਲ ਹੈ। ਗੁਰੂ ਸਾਹਿਬ ਦੇ ਚਰਨ ਹੈ, ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ। ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ। ਹਿਰਦੇ ਦੇ ਵਿੱਚ ਵਸਾਉਣ ਦਾ ਭਾਵ ਹੈ ਕਿ ਜੋ ਗੁਰੂ ਦੇ ਸ਼ਬਦ ਨੇ, ਗੁਰੂ ਦੀ ਬਾਣੀ ਨੇ ਕਿਹਾ ਹੈ, ਉਹਦੇ ਮੁਤਾਬਕ ਜ਼ਿੰਦਗੀ ਨੂੰ ਜਿਉਣਾ।
ਗੁਰੂ ਨੇ ਕਿਹਾ ਸੱਚ ਬੋਲਣਾ ਤੇ ਸੱਚ ਬੋਲਣਾ। ਗੁਰੂ ਨੇ ਕਿਹਾ ਠੱਗੀ ਨਹੀਂ ਮਾਰਨੀ ਤੇ ਨਹੀਂ ਮਾਰਨੀ। ਇਹ ਹੈ ਹਿਰਦੇ ਦੇ ਵਿੱਚ ਵਸਾਉਣਾ। ਇੱਕ ਬੱਚਾ ਮੰਨ ਲਓ ਇੱਕ ਬਿਮਾਰ ਬੰਦਾ ਹੈ, ਉਹ ਡਾਕਟਰ ਦੇ ਕੋਲ ਗਿਆ, ਡਾਕਟਰ ਨੇ ਉਹਨੂੰ ਦੱਸਿਆ ਵੀ ਆਹ ਚੀਜ਼ਾਂ ਤੇਰੀ ਮੌਤ ਦਾ ਕਾਰਨ ਹੈ, ਇਹ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ ਤੂੰ, ਤੇ ਆਹ ਚੀਜ਼ਾਂ ਜਿਹੜੀਆਂ ਖਾਣੀਆਂ, ਦਵਾਈ ਇੰਨੇ ਟਾਈਮ ਤੇ ਇੰਨੇ ਘੰਟਿਆਂ ਬਾਅਦ ਖਾਣੀ ਹੈ। ਉਹਨੇ ਚੇਤਾ ਰੱਖਿਆ, ਉਹਨੇ ਸਮੇਂ ਸਿਰ ਦਵਾਈ ਖਾਧੀ, ਉਹ ਜਿਹੜੀਆਂ ਚੀਜ਼ਾਂ ਉਹਨੇ ਰੋਕੀਆਂ ਸੀ ਉਹਨਾਂ ਤੋਂ ਪਰਹੇਜ਼ ਰੱਖਿਆ, ਉਹ ਥੋੜ੍ਹੇ ਸਮੇਂ ਬਾਅਦ ਠੀਕ ਹੋ ਗਿਆ। ਉਹਨੇ ਜਦੋਂ ਕੋਰਸ ਪੂਰਾ ਕੀਤਾ, ਇੱਕ ਉਹ ਸੀ ਜਿਹਨੂੰ ਘਰੇ ਆਉਂਦਿਆਂ ਚੇਤਾ ਭੁੱਲ ਗਿਆ। ਉਹਨੇ ਕਿਹਾ ਜਿਹੜੀਆਂ ਨਹੀਂ ਸੀ ਖਾਣੀਆਂ ਉਹ ਖਾਣੀਆਂ ਸ਼ੁਰੂ ਕਰਤੀਆਂ, ਤੇ ਜਿਹੜੀਆਂ ਖਾਣੀਆਂ ਸੀ ਉਹ ਛੱਡ ਦਿੱਤੀਆਂ। ਉਹ ਅੱਗੇ ਨੂੰ ਹੋਰ ਬਿਮਾਰੀ ਰੋਗ ਵੱਧ ਗਿਆ। ਉਹ ਜਦੋਂ ਗਿਆ ਡਾਕਟਰ ਨੇ ਪੁੱਛਿਆ ਵੀ ਜਿਹੜੀ ਤੈਨੂੰ ਮੈਂ ਦੱਸਿਆ ਸੀ, ਤੇ ਉਹਨੇ ਕਿਹਾ ਵੀ ਆਹ ਚੀਜ਼ਾਂ ਖਾਣੀਆਂ ਸੀ ਤੇ ਆਹ ਨਹੀਂ ਸੀ ਖਾਣੀਆਂ। ਹੁਣ ਉਹ ਜਿਹੜੀਆਂ ਖਾਣੀਆਂ ਸੀ ਉਹ ਖਾਣੀਆਂ ਸ਼ੁਰੂ ਕਰ ਦਿੱਤੀਆਂ, ਜਿਹੜੀਆਂ ਛੱਡਣ ਵਾਲੀਆਂ ਸੀ ਉਹ ਖਾ ਲਈਆਂ, ਤੇ ਜਿਹੜੀਆਂ ਛੱਡਣੀਆਂ ਸੀ ਉਹਨਾਂ ਨੂੰ ਰੱਖ ਲਿਆ। ਇਹੋ ਜਿਹੇ ਹਾਲਾਤ ਜਦੋਂ ਬਣਦੇ ਹੈ, ਫਿਰ ਉਦੋਂ ਅਸੀਂ ਗੁਰੂ ਦੀ ਬਾਣੀ ਨੇ ਜਿਹੜੇ ਕੰਮ ਸਾਨੂੰ ਛੱਡਣ ਵਾਸਤੇ ਕਿਹਾ ਸੀ ਉਹ ਅਸੀਂ ਕਰ ਲਏ, ਜਿਹੜੇ ਕਰਨ ਵਾਸਤੇ ਕਿਹਾ ਸੀ ਉਹ ਅਸੀਂ ਛੱਡ ਦਿੱਤੇ। ਗੁਰੂ ਨੇ ਕਿਹਾ ਸੀ ਪਹਿਰ ਰਾਤ ਰਹਿੰਦਿਆਂ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਨਾ, ਬਾਣੀ ਪੜ੍ਹਨੀ, ਉਹ ਅਸੀਂ ਛੱਡ ਦਿੱਤਾ ਵੀ 8 ਵਜੇ ਉੱਠਾਂਗੇ ਮਜ਼ੇ ਦੇ ਨਾਲ। ਗੁਰੂ ਨੇ ਕਿਹਾ ਸੀ ਝੂਠ ਨਹੀਂ ਬੋਲਣਾ, ਠੱਗੀ ਨਹੀਂ ਮਾਰਨੀ, ਹੇਰਾ ਫੇਰੀ ਨਹੀਂ ਕਰਨੀ, ਕਿਸੇ ਨਾਲ ਧੱਕਾ ਨਹੀਂ ਕਰਨਾ, ਅਸੀਂ ਉਹ ਸਾਰੇ ਕੰਮ ਕੀਤੇ। ਗੁਰੂ ਨੇ ਕਿਹਾ ਸੀ ਸੱਚ ਬੋਲਣੀ, ਸੱਚ ਤੇ ਪਹਿਰਾ ਦੇਵੀਂ, ਬਸ ਉਹ ਅਸੀਂ ਕੋਈ ਕੰਮ ਨਹੀਂ ਕੀਤਾ ਜਿਹੜਾ ਗੁਰੂ ਨੇ ਕਿਹਾ ਸੀ। ਫਿਰ ਅਸੀਂ ਗੁਰੂ ਕੋਲ ਆ ਕੇ ਰੋਂਦੇ ਹਾਂ ਵੀ ਸਾਨੂੰ ਕਰਮਾਂ ਦੀ ਸਜ਼ਾ ਮਿਲ ਗਈ ਹੈ। ਇਹਦੇ ਵਿੱਚ ਕਸੂਰ ਡਾਕਟਰ ਦਾ ਨਹੀਂ, ਗੁਰੂ ਦਾ ਕਸੂਰ ਨਹੀਂ, ਕਸੂਰ ਸਾਡਾ ਸੀ। ਜੋ ਗੁਰੂ ਨੇ ਸਿਖਾਇਆ ਸੀ ਅਸੀਂ ਸਮਝਿਆ ਹੀ ਨਹੀਂ। ਹੁਣ ਹਾਲਾਤ ਉੱਦਾਂ ਦੇ ਬਣ ਗਏ ਨਾ, ਜਿਵੇਂ ਪਰਵਾਨਾ ਸਾਹਿਬ ਦੀ ਕਿਤਾਬ ਹੈ ਬਈਏ ਪੜ੍ਹਿਆਂ ਪਾਸ, ਉਹਦੇ ਵਿੱਚ ਇੱਕ ਉਦਾਹਰਨ ਉਹਨਾਂ ਨੇ ਹੈ ਤੇ ਹਾਸੇ ਵਾਲੀ ਹੈ। ਕਹਿੰਦੇ ਕੋਈ ਮਾਈ ਚਲੇਗੀ ਹਕੀਮ ਦੇ ਕੋਲ, ਕਹਿੰਦੀ ਹਕੀਮ ਸਾਹਿਬ ਮੁਰਗੀ ਆਂਡੇ ਨਹੀਂ ਦਿੰਦੀ ਤੇ ਪੋਤਰਾ ਪੜ੍ਹਦਾ ਨਹੀਂ ਗਾ। ਉਹਨਾਂ 2 ਪੁੜੀਆਂ ਦਿੱਤੀਆਂ, ਕਹਿੰਦੇ ਵੀ ਆਹ ਮੁਰਗੀ ਨੂੰ ਦੇ ਦੇਵੀਂ, ਆਂਡੇ ਦੇਣ ਲੱਗ ਪਊਗੀ, ਆਹ ਪੋਤਰੇ ਨੂੰ ਦੇ ਦੇਵੀਂ। ਪੁੜੀਆਂ ਰੜ ਗਈਆਂ, ਆਂਡਿਆਂ ਵਾਲੀ ਪੋਤਰੇ ਨੂੰ ਦੇ ਦਿੱਤੀ ਤੇ ਪੜ੍ਹਨ ਵਾਲੀ ਮੁਰਗੀ ਨੂੰ ਦੇ ਦਿੱਤੀ। ਹੁਣ ਮੁਰਗੀ ਤੇ ਪੜ੍ਹੀ ਜਾਵੇ। ਇਹ ਹਾਲਾਤ ਹੈ ਸਾਡੇ। ਜੋ ਗੁਰੂ ਨੇ ਕਰਨ ਵਾਸਤੇ ਕਿਹਾ ਸੀ ਉਹ ਅਸੀਂ ਛੱਡ ਦਿੱਤਾ, ਤੇ ਜਿਹੜਾ ਉਹਨੇ ਵਰਜਿਆ ਸੀ ਉਹ ਅਸੀਂ ਕਰਨਾ ਸ਼ੁਰੂ ਕਰ ਦਿੱਤਾ। ਤੇ ਸਾਹਿਬ ਕਿਰਪਾ ਕਰਦੇ ਜਿਨ੍ਹਾਂ ਨੇ ਗੁਰੂ ਦੇ ਚਰਨ ਨੂੰ, ਗੁਰੂ ਦੇ ਸ਼ਬਦ ਨੂੰ ਹਿਰਦੇ ਦੇ ਵਿੱਚ ਵਸਾ ਲਿਆ, ਉਹਨੂੰ ਸਿਮਰਦੇ ਹੈ, ਉਹਨੂੰ ਯਾਦ ਸਿਮਰ ਸਤਿਗੁਰ ਆਪਣਾ। ਸਿਮਰਨਾ ਕੀ ਹੈ? ਯਾਦ ਰੱਖਣਾ, ਉਹਨਾਂ ਗੱਲਾਂ ਨੂੰ ਚੇਤੇ ਦੇ ਵਿੱਚ ਰੱਖਣਾ, ਉਹਨੂੰ ਧਿਆਨ ਦੇ ਵਿੱਚ ਰੱਖਣਾ, ਉਹਨੂੰ ਬਾਰ-ਬਾਰ ਯਾਦ ਕਰਨਾ ਵੀ ਆਹ ਗੁਰੂ ਸਾਹਿਬ ਨੇ ਸਮਝਾਇਆ ਸੀ। ਇਹਨੂੰ ਕਹਿੰਦੇ ਸਿਮਰਨਾ, ਬਾਰ-ਬਾਰ ਧਿਆਉਣਾ, ਬਾਰ-ਬਾਰ ਯਾਦ ਕਰਨਾ। ਤੇ ਫਿਰ ਕੀ ਹੋਇਆ? ਕਾਰਜ ਸਫਲ ਹਮਾਰਾ। ਜਦੋਂ ਉਹਨੂੰ ਯਾਦ ਦੇ ਵਿੱਚ ਰੱਖਿਆ, ਜਿਵੇਂ ਗੁਰੂ ਨੇ ਕਿਹਾ ਸੀ ਇਸ ਤਰੀਕੇ ਨਾਲ ਚੱਲੀ, ਤੇ ਫਿਰ ਕਾਰਜ ਸਫਲ ਹੋ ਗਏ। ਰਹਾਓ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ। ਕੋਈ ਰੱਬ ਨੂੰ ਖੁਸ਼ ਕਰਨ ਵਾਸਤੇ ਪੁੰਨ ਕਰਮ ਕਰਦਾ ਏ, ਕੋਈ ਦਾਨ ਕਰਦਾ ਏ, ਕੋਈ ਪੂਜਾ ਕਰਦਾ ਏ। ਪਰ ਸਾਹਿਬ ਕਿਰਪਾ ਕਰਦੇ ਨੇ ਗੁਰੂ ਅਰਜਨ ਸਾਹਿਬ, ਸਭ ਤੋਂ ਵੱਡੀ ਪੁੰਨ, ਸਭ ਤੋਂ ਵੱਡਾ ਦਾਨ, ਸਭ ਤੋਂ ਵੱਡੀ ਪੂਜਾ ਜਿਹੜੀ ਹੈ ਉਹ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਤੇ ਤਤ ਵਿਚਾਰੇ। ਤਤ ਕੀ ਹੈ? ਅਸਲੀਅਤ ਦੀ ਵਿਚਾਰ ਕਰਨੀ, ਸੱਚ ਤੇ ਝੂਠ ਦੀ ਖੋਜ ਕਰਨੀ, ਸੱਚ ਤੇ ਝੂਠ ਨੂੰ ਪਰਖਣਾ ਵੀ ਆਹ ਚੀਜ਼ ਝੂਠ ਹੈ ਤੇ ਆਹ ਸੱਚ ਹੈ, ਮੈਂ ਸੱਚ ਦਾ ਪੱਲਾ ਪਕੜਨਾ ਹੈ। ਇਹਦੀ ਵਿਚਾਰ ਕਰਨੀ ਹੀ ਅਸਲ ਵਿੱਚ ਤੇਰੇ ਵਾਸਤੇ ਪੁੰਨ ਕਰਮ ਹੈ, ਤੇਰੇ ਵਾਸਤੇ ਦਾਨ ਕਰਮ ਹੈ, ਤੇਰੇ ਵਾਸਤੇ ਪੂਜਾ ਕਰਮ ਹੈ। ਤੇ ਜੇ ਇਕੱਲੇ ਵਿਖਾਵੇ ਦੇ ਪੁੰਨ ਕਰਮ ਕਰਦਾ ਹੈ, ਵਿਖਾਵੇ ਦਾ ਦਾਨ ਕਰਦਾ ਹੈ, ਵਿਖਾਵੇ ਦੀ ਪੂਜਾ ਕਰਦਾ ਹੈ, ਜਿਹੜੇ ਕਰਮ ਕਰਨ ਵਾਸਤੇ ਗੁਰੂ ਨੇ ਕਿਹਾ ਸੀ ਉਹਨਾਂ ਨੂੰ ਕੀਤਾ ਨਹੀਂ, ਫਿਰ ਕਹਿੰਦੇ ਇਹ ਇਕੱਲਾ ਵਿਖਾਵਾ ਹੀ ਹੈ। ਪੁੰਨ ਦਾਨ ਪੂਜਾ ਪਰਮੇਸ਼ਰ, ਇਹ ਬੜੇ ਕਰਮ ਕੀਤੇ ਤੋਂ ਪੁੰਨ ਦਾਨ ਪੂਜਾ ਪਰਮੇਸ਼ਰ ਇਹ ਕਰਦਾ ਹੈ। ਪਰ ਜੇ ਪਰਮਾਤਮਾ ਦੀ ਸਿਫਤ ਨਾ ਹੀ ਕੀਤੀ ਤੇ ਪਰਮਾਤਮਾ ਦੇ ਸ਼ਬਦ ਨੂੰ ਹਿਰਦੇ ਦੇ ਵਿੱਚ ਨਹੀਂ ਵਸਾਇਆ, ਫਿਰ ਕਹਿੰਦੇ ਇਹ ਕਿਸੇ ਕਰਮ ਨਹੀਂ, ਕੰਮ ਦੇ ਲੇਖੇ ਦੇ ਵਿੱਚ ਨਹੀਂ ਗਏ। ਤੂੰ ਬਾਹਰ ਦੇ ਜਿੰਨੇ ਮਰਜ਼ੀ ਵਿਖਾਵੇ ਦੇ ਕਰਮ ਕਾਂਡ ਕਰੀ ਚੱਲ, ਪਰਮਾਤਮਾ ਦੇ ਗੁਰੂ ਦੇ ਸਿੱਖ ਦੇ ਵਾਸਤੇ ਸਭ ਤੋਂ ਵੱਡਾ ਹਰ ਕੀਰਤ ਪ੍ਰਭੂ ਦੀ ਸਿਫਤ ਸਲਾਹ ਕਰਨੀ ਤੇ ਤਤ ਵਿਚਾਰੇ। ਅਸਲੀਅਤ ਦੀ ਵਿਚਾਰ ਨੂੰ ਪਰਖ ਕਰਨਾ, ਉਹਨੂੰ ਆਪਣੇ ਜੀਵਨ ਵਿੱਚ ਢਾਲਣਾ, ਗੁਣ ਗਾਵਤ। ਫਿਰ ਜਦੋਂ ਅਸਲੀਅਤ ਦੀ ਪਛਾਣ ਹੋ ਗਈ ਤੇ ਫਿਰ ਉਹਦੇ ਗੁਣਾਂ ਨੂੰ ਗਾਉਣਾ ਸ਼ੁਰੂ ਕਰ ਦਿੱਤਾ ਤੇ ਮਿਲੇਗਾ ਕਿ ਅਤੁੱਲ ਸੁਖ ਪਾਇਆ। ਜਿਹੜੇ ਸੁੱਖ ਨੂੰ ਮਾਪਿਆ ਨਾ ਜਾ ਸਕੇ, ਤੋਲਿਆ ਨਾ ਜਾ ਸਕੇ। ਮਾਇਆ ਦਾ ਸੁੱਖ ਤੋਲਿਆ ਜਾ ਸਕਦਾ ਹੈ,
ਜਿੰਨੀ ਦੇਰ ਕੋਲ ਮਾਇਆ, ਇਹਦੇ ਨਾਲ ਕੁਝ ਕੁ ਸੁੱਖ ਖਰੀਦੇ ਜਾ ਸਕਦੇ, ਕੁਝ ਕੁ ਸਹੂਲਤਾਂ ਖਰੀਦੀਆਂ ਜਾ ਸਕਦੀਆਂ, ਪਰ ਯਾਦ ਰੱਖਿਓ ਮਾਇਆ ਨਾਲ ਦੁਨੀਆ ਦੇ ਕੁੱਲ ਸੁੱਖ ਨਹੀਂ ਖਰੀਦੇ ਜਾ ਸਕਦੇ। ਪੈਸੇ ਦੇ ਨਾਲ ਤੁਸੀਂ ਨਿਰੋਗ ਜੀਵਨ ਨਹੀਂ ਖਰੀਦ ਸਕਦੇ, ਪੈਸੇ ਦੇ ਨਾਲ ਤੁਸੀਂ ਖੁਸ਼ੀ ਨਹੀਂ ਖਰੀਦ ਸਕਦੇ, ਪੈਸੇ ਦੇ ਨਾਲ ਤੁਸੀਂ ਭੁੱਖ ਨਹੀਂ ਖਰੀਦ ਸਕਦੇ, ਪੈਸੇ ਦੇ ਨਾਲ ਤੁਸੀਂ ਨੀਂਦ ਨਹੀਂ ਖਰੀਦ ਸਕਦੇ। ਬੜੇ ਬੜੇ ਧਨਾੜ ਲੋਕ ਵੇਖੇ ਹੈ ਜਿਹੜੇ ਕਹਿੰਦੇ ਦੁਨੀਆ ਦੀ ਕੁੱਲ ਮੈਡੀਸਨ ਖਾ ਕੇ ਵੇਖ ਲਈ, ਸਾਨੂੰ ਨੀਂਦ ਹੀ ਨਹੀਂ ਆਉਂਦੀ। ਪੈਸੇ ਦੇ ਨਾਲ ਕੁਝ ਕੁ ਗੱਲਾਂ ਚੀਜ਼ਾਂ ਖਰੀਦੀਆਂ ਜਾ ਸਕਦੀਆਂ, ਪੈਸਾ ਸਾਰਾ ਕੁਝ ਨਹੀਂ ਗਾ। ਤੇ ਸਾਹਿਬ ਕਿਰਪਾ ਕਰਦੇ ਆ, ਗੁਰੂ ਦੇ ਜਦੋਂ ਗੁਣ ਗਾਏ ਅਤੁੱਲ ਸੁਖ ਪਾਇਆ ਠਾਕੁਰ ਅਗਮ ਅਪਾਰੇ। ਜਿਹੜਾ ਮੇਰਾ ਮਾਲਕ ਹੈ ਉਹ ਗਮਤਾ ਤੋਂ ਰਹਿਤ ਹੈ ਤੇ ਉਹਦਾ ਪਾਰਲਾ ਪਾਸਾ ਨਹੀਂ ਪਾਇਆ ਜਾ ਸਕਦਾ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨ ਕਾ ਬਹੁਰ ਕਛ ਨਾ ਵਿਚਾਰੇ। ਜਿਨ੍ਹਾਂ ਨੂੰ ਪ੍ਰਭੂ ਪਰਮੇਸ਼ਰ ਨੇ ਆਪਣੇ ਬਣਾ ਲਿਆ, ਜਿਹੜੇ ਗੁਰੂ ਦੇ ਬਣ ਗਏ ਹੈ। ਗੁਰੂ ਦਾ ਕੌਣ ਬਣਿਆ? ਜਿਹੜੇ ਉਹਦੇ ਵਰਗੇ ਗੁਣ ਧਾਰਨ ਕਰਕੇ ਉਹਦੇ ਵਰਗੇ ਬਣ ਗਏ। ਕਬੀਰ ਸਾਹਿਬ ਰੱਬ ਦੇ ਬਣ ਗਏ। ਰਾਮ ਕਬੀਰਾ ਏਕ ਭੈ ਹੈ, ਕੋਈ ਨਾ ਸਕੇ ਪਛਾਨੀ। ਇਹ ਵੱਡ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ। ਓਡੇ ਵੱਡੇ ਗੁਣ ਜਿਹਦੇ ਵਿੱਚ ਆ ਗਏ, ਮਾਲਕ ਵਰਗੇ ਪਰਮੇਸ਼ਰ ਵਰਗੇ ਜਿਹੜਾ ਗੁਣਾਂ ਦਾ ਧਾਰਨੀ ਹੋ ਗਿਆ, ਉਹ ਫਿਰ ਪਰਮੇਸ਼ਰ ਦੇ ਬਣ ਗਏ, ਪਰਮੇਸ਼ਰ ਦੇ ਹੋ ਗਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਾਤਾ ਸੁਲੱਖਣੀ ਨੂੰ ਜਦੋਂ ਆਵਾਜ਼ ਦਿਆ ਕਰਦੇ ਸੀ ਨਾ, ਤੇ ਕਿਆ ਕਰਦੇ ਸੀ? ਪਰਮੇਸ਼ਰ ਕੀ ਹੈ ਸੁਲੱਖਣੀਏ, ਆ ਫਲਾਨੀ ਜ਼ਿੰਮੇਵਾਰੀ ਤੂੰ ਨਿਭਾਉਣੀ ਹੈ। ਨਾਨਕ ਚਮਤਕਾਰ ਵਿੱਚ ਪੜ੍ਹ ਕੇ ਵੇਖੀਏ ਕਿਤੇ ਪਰਮੇਸ਼ਰ ਕੀ ਕਿਆ ਕਰਦੇ ਸੀ ਆਪਣੀ ਪਤਨੀ ਨੂੰ। ਜਦੋਂ ਅਸੀਂ ਪਰਮੇਸ਼ਰ ਦੇ ਬਣ ਜਾਂਦੇ ਹਾਂ, ਗੁਰੂ ਦੇ ਬਣ ਜਾਂਦੇ ਹਾਂ, ਉਹ ਫਿਰ ਸਾਡੇ ਕਿਸੇ ਕਰਮ ਦੀ ਵਿਚਾਰ ਨਹੀਂ ਕਰਦਾ। ਆਪਾਂ ਕਈ ਵਾਰੀ ਕਹਿੰਦੇ ਨਾ ਵੀ ਇਹ ਬੰਦਾ ਜਿਹੜਾ ਮੇਰਾ ਆਪਣਾ, ਇਹ ਬੜਾ ਪਿਆਰ ਵਾਲਾ ਹੈ, ਇਹਦੇ ਤੇ ਮੈਂ ਕਦੇ ਸ਼ੱਕ ਨਹੀਂ ਕਰਦਾ। ਫਿਰ ਜਿਹੜੇ ਗੁਰੂ ਦੇ ਬਣ ਗਏ, ਗੁਰੂ ਵਰਗੇ ਬਣ ਗਏ, ਫਿਰ ਗੁਰੂ ਵੀ ਉਹਨਾਂ ਦੇ ਕਰਮਾਂ ਦੀ ਵਿਚਾਰ ਨਹੀਂ ਕਰਦਾ। ਨਾਮ ਰਤਨ ਸੁਣ ਜਪ ਜਪ ਜੀਵਾ, ਹਰ ਨਾਨਕ ਕੰਠ ਮਝਾਰੇ। ਕੰਠ ਕਹਿੰਦੇ ਗਲੇ ਨੂੰ, ਮਝਾਰੇ ਕਹਿੰਦੇ ਵਿੱਚ। ਜਿਨ੍ਹਾਂ ਨੇ ਆਪਣੇ ਗਲੇ ਦੇ ਵਿੱਚ, ਗਲੇ ਦੇ ਅੰਦਰ ਉਸ ਪਰਮਾਤਮਾ ਦੇ ਨਾਮ ਨੂੰ ਵਸਾ ਲਿਆ, ਹਰ ਸਾਹ ਦੇ ਨਾਲ ਗਲੇ ਦੇ ਵਿੱਚੋਂ ਜਿਨ੍ਹਾਂ ਦੀ ਪਰਮਾਤਮਾ ਦੇ ਨਾਮ ਦੀ ਆਵਾਜ਼ ਨਿਕਲਦੀ ਹੈ, ਉਹਨਾਂ ਨੂੰ ਹਮੇਸ਼ਾ ਉਹ ਆਪਣੇ ਨਾਲ ਜੋੜ ਕੇ ਰੱਖਦਾ ਹੈ, ਉਹਨਾਂ ਨੂੰ ਫਿਰ ਵਿਛੜ ਨਹੀਂ ਦਿੰਦਾ। ਇਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਦਰੋਂ ਕਰੋ ਨਾਮਦਾਨ, ਗੁਰਸਿੱਖੀ ਵਾਲੇ ਜੀਵਨ ਬਖਸ਼ਣ। ਜੇ ਸਦਕਾ ਇਹ ਲੋਕ ਸੁਖੀਏ, ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਅੱਜ 10 ਵਜੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਦੇ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਨੇ। ਸੋ ਸੰਗਤਾਂ ਨੂੰ ਬੇਨਤੀ ਕਿ ਵੱਧ ਤੋਂ ਵੱਧ ਸੰਗਤਾਂ ਆਰੰਭਤਾ ਦੇ ਸਮੇਂ ਵੀ ਆਪਾਂ ਹਾਜ਼ਰੀਆਂ ਭਰਨੀਆਂ ਨੇ। ਫਿਰ ਇਸੇ ਤਰ੍ਹਾਂ ਗੁਰੂ ਕੀ ਬਾਣੀ ਨੂੰ ਸਰਵਣ ਵੀ ਕਰਨਾ ਹੈ। ਕੱਲ੍ਹ ਜਿਹੜੀ ਹੈ ਉਹ ਪ੍ਰਬੰਧਕ ਕਮੇਟੀ ਵੱਲੋਂ ਵਿਚਾਰ ਕੀਤੀ ਜਾਣੀ ਹੈ, ਕੱਲ੍ਹ ਸ਼ਾਮ ਦੇ ਲੰਗਰਾਂ ਦੀ। ਜਿਵੇਂ ਵੀ ਹੋਵੇਗਾ ਉਹ ਸੰਗਤ ਨੂੰ ਦੱਸਿਆ ਜਾਵੇਗਾ ਅਤੇ ਸੰਗਤ ਵੱਲੋਂ ਇਹ ਜਿਹੜੀ ਸਾਰੀ ਸੇਵਾ ਕੀਤੀ ਜਾਵੇਗੀ। ਇਸੇ ਤਰ੍ਹਾਂ ਪਰਸੋਂ 28 ਤਰੀਕ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹਜ਼ੂਰੀ ਰਾਗੀ ਜੱਥਾ ਸਾਡੇ ਕੋਲ ਪਹੁੰਚ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇੱਕ ਕਵਿਸ਼ਰੀ ਜੱਥਾ ਜਾਂ ਕੋਈ ਢਾਡੀ ਜੱਥਾ ਵੀ ਆਵੇਗਾ। ਸੋ ਵੱਧ ਤੋਂ ਵੱਧ ਆਪਾਂ ਹਾਜ਼ਰੀਆਂ ਵੀ ਭਰਨੀਆਂ। ਉੱਥੇ ਨਾਲ ਨਾਲ ਜਿਨ੍ਹਾਂ ਨੇ ਕੋਈ ਲੰਗਰ ਦੇ ਵਿੱਚ ਸੇਵਾਵਾਂ ਕਰਨੀ ਹੈ ਜਾਂ ਕੋਈ ਵੈਸੇ ਕੋਈ ਤਨ ਮਨ ਦੇ ਨਾਲ, ਕੋਈ ਧਨ ਦੇ ਨਾਲ ਸੇਵਾ ਕਰਨੀ ਹੈ, ਉਹ ਪ੍ਰਬੰਧਕਾਂ ਦੇ ਨਾਲ ਰਾਬਤਾ ਜ਼ਰੂਰ ਕਾਇਮ ਕਰਿਓ। ਜੋ ਵੀ ਕਿਸੇ ਨੇ ਸੇਵਾ ਕਰਨੀ ਹੈ, ਤਾਂ ਕਿ ਉਹ ਤੁਹਾਡੀ ਸੇਵਾ ਸਮੇਂ ਸਿਰ ਪਹੁੰਚ ਕੇ ਲੰਗਰ ਦੇ ਵਿੱਚ ਜਿਹੜਾ ਹਿੱਸਾ ਪੈ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।